ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦੇ ਸ਼ੁਰੂਆਤ ਦੇ ਵਿੱਚ ਦੱਸਦੇ ਕਿ ਨੋਵਾ ਸਕੋਸ਼ੀਆ ਮਾਮਲੇ ਨੂੰ ਲੈ ਕੇ ਇਸ ਵੇਲੇ ਬਹੁਤ ਸਾਰੇ ਰਿਐਕਸ਼ਨ ਸਾਹਮਣੇ ਆ ਰਹੇ ਨੇ। ਕਈ ਥਾਵਾਂ ਤੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਵੱਖ-ਵੱਖ ਡਾਕਟਰਾਂ ਨੇ ਵੀ ਆਪਣੀ ਰਾਏ ਸੰਬੰਧੀ ਸਾਂਝੀ ਕੀਤੀ ਹੈ। ਤੁਹਾਨੂੰ ਪੂਰੀ ਇਸ ਖਬਰ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਦਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਨੋਵਾ ਸਕੋਸ਼ੀਆ ਦੇ ਕਮਰਲੈਂਡ ਐਮਰਜੈਂਸੀ ਹਸਪਤਾਲ ਦੇ ਵਿੱਚ 7 ਘੰਟੇ ਦੀ ਦੇਰੀ ਤੋਂ ਬਾਅਦ 37 ਸਾਲਾ ਔਰਤ ਨੇ ਤੋੜਿਆ ਦਮ। ਮੌਤ ਦਾ ਜ਼ਿੰਮੇਵਾਰ ਕੌਣ? BC 'ਚ ਫੈਮਿਲੀ ਡਾਕਟਰਾਂ ਦੀ ਘਾਟ ਨੂੰ ਕਦੋਂ ਕੀਤਾ ਜਾਏਗਾ ਪੂਰਾ? ਐਮਰਜੈਂਸੀ ਆਪਰੇਸ਼ਨ ਸੈਂਟਰਾਂ ਦਾ ਕਿਹੜੇ ਲੋਕਾਂ ਨੂੰ ਹੋਏਗਾ ਫਾਇਦਾ? ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਸੀਜ਼ਨ ਹੁਣ ਕੌਮਾਂਤਰੀ ਨੌਜਵਾਨਾਂ ਦੇ ਲਈ ਖੁੱਲਿਆ। IEC ਪੂਲ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸੱਦੇ ਮਿਲਣੇ ਹੋਣਗੇ ਸ਼ੁਰੂ। ਖਬਰਾਂ ਵਿਸਥਾਰ ਦੇ ਨਾਲ। ਅਹਿਮ ਖਬਰ ਦੇ ਨਾਲ ਕਰਦੇ ਹਾਂ ਸ਼ੁਰੂਆਤ। ਨੋਵਾ ਸਕੋਸ਼ੀਆ ਦੇ ਵਿੱਚ ਇੱਕ ਔਰਤ ਨੇ ਦਰਦਨਾਕ ਸਹਾਰਦੇ ਹੋਏ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਦਰਦ ਦੇ ਨਾਲ ਨੋਵਾ ਸਕੋਸ਼ੀਆ ਦੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇਸ 37 ਸਾਲਾ ਐਲਿਸਨ ਹੌਲਥੌਫ ਨੂੰ ਲਿਆਂਦਾ ਗਿਆ। 7 ਘੰਟੇ ਇੰਤਜ਼ਾਰ ਕਰਨਾ ਪਿਆ। ਹਸਪਤਾਲ ਵਾਲਿਆਂ ਨੇ ਕੋਈ ਧਿਆਨ ਨਾ ਦਿੱਤਾ, ਜਿਸ ਕਰਕੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਪਰਿਵਾਰ ਇਸ ਵੇਲੇ ਸਦਮੇ 'ਚ ਹੈ ਤੇ ਨੋਵਾ ਸਕੋਸ਼ੀਆ ਦੀ ਸਰਕਾਰ ਨੂੰ, ਫੈਡਰਲ ਸਰਕਾਰ ਨੂੰ ਤੇ ਹਸਪਤਾਲ ਵਿਭਾਗ ਨੂੰ ਸਵਾਲ ਕਰ ਰਿਹਾ ਹੈ। ਕੈਨੇਡਾ ਦੇ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ਨੇ ਨਾ ਸਿਰਫ ਕਈ ਪਰਿਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ, ਬਲਕਿ ਇਸ ਦੇ ਨਾਲ ਸਿਹਤ ਮਹਿਕਮਾ ਵੀ ਨਿਰਾਸ਼ ਹੈ। ਮਾਮਲਾ ਕੰਬਰਲੈਂਡ ਕਾਉਂਟੀ ਦੇ ਐਮਰਜੈਂਸੀ ਵਿਭਾਗ ਦੇ ਨਾਲ ਸੰਬੰਧਿਤ ਹੈ, ਜੋ ਇਸ ਵੇਲੇ ਸਵਾਲਾਂ ਦੇ ਘੇਰੇ 'ਚ ਹੈ। ਦਰਅਸਲ ਇੱਕ ਪਰਿਵਾਰ ਨੇ ਇਸ ਕੰਬਰਲੈਂਡ ਰੀਜਨਲ ਹੈਲਥ ਕੇਅਰ ਸੈਂਟਰ, ਜੋ ਕਿ ਐਮਹਰਸ ਦੇ ਵਿੱਚ ਹੈ, ਇੱਥੇ ਆਪਣੇ ਪਰਿਵਾਰਕ ਮੈਂਬਰ ਨੂੰ ਗਵਾ ਲਿਆ। 37 ਸਾਲਾਂ ਐਲਿਸਨ ਹੌਲਥੌਫ, ਜੋ ਕਿ ਇੱਕ ਬਹੁਤ ਪਿਆਰੀ ਮਾਂ ਸੀ, ਪਤਨੀ ਸੀ ਅਤੇ ਕਮਿਊਨਿਟੀ ਵਲੰਟੀਅਰ ਤੇ ਲੋਕਲ ਫਾਇਰ ਡਿਪਾਰਟਮੈਂਟ ਦੇ ਵਿੱਚ ਡਿਪਟੀ ਚੀਫ ਸੀ। ਉਸਨੇ ਦਸੰਬਰ 31, 2022 ਨੂੰ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਮ੍ਰਿਤਕ ਹੌਲਥੌਫ, ਜਿਸ ਦੇ ਢਿੱਡ ਦੇ ਵਿੱਚ ਬਹੁਤ ਦਰਦ ਉੱਠਿਆ, ਤਾਂ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਕੰਬਰਲੈਂਡ ਦੇ ਐਮਰਜੈਂਸੀ ਸੈਂਟਰ 'ਚ ਲਿਆਂਦਾ, ਪਰ ਉੱਥੇ ਕਿਸੇ ਨੇ ਉਸ ਦੀ ਪਰਵਾਹ ਨਾ ਕੀਤੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਡਾਕਟਰਾਂ ਦਾ ਰਵੱਈਆ ਅਣਗਹਿਲੀ ਭਰਿਆ ਸੀ, ਜਦਕਿ ਮਰੀਜ਼ ਦਰਦ ਨਾਲ ਤੜਪ ਰਹੀ ਸੀ। ਐਲਿਸਨ ਬਹੁਤ ਹੀ ਜ਼ਿਆਦਾ ਦਰਦ ਵਿੱਚ ਸੀ, ਪਰ ਉਸ ਨੂੰ ਵੇਟਿੰਗ ਰੂਮ ਵਿੱਚ ਭੇਜ ਦਿੱਤਾ ਗਿਆ। ਦਰਦ ਕਾਰਨ ਐਲਿਸਨ ਵੀਲਚੇਅਰ ਤੋਂ ਵੀ ਉੱਠ ਨਹੀਂ ਪਾ ਰਹੀ ਸੀ। ਹਸਪਤਾਲ ਦੇ ਵਿੱਚ ਬੈੱਡ ਵੀ ਨਹੀਂ ਸੀ ਜਿੱਥੇ ਐਲਿਸਨ ਨੂੰ ਲਿਟਾਇਆ ਜਾਂਦਾ। ਨਰਸਾਂ ਨੇ ਕਿਹਾ ਕਿ ਸਾਡੇ ਕੋਲ ਅਜੇ ਕੋਈ ਬਿਸਤਰਾ ਨਹੀਂ ਹੈ। ਸੁਰੱਖਿਆ ਗਾਰਡਾਂ ਨੇ ਉਸ ਨੂੰ ਕੰਬਲ ਦਿੱਤਾ। ਐਲਿਸਨ ਨੂੰ ਉਸਦੇ ਪਤੀ ਨੇ ਜ਼ਮੀਨ ਤੇ ਲਿਟਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਲਿਸਨ ਨੂੰ ਯੂਨਿਟ ਦੇ ਅੰਦਰ ਲਿਜਾਣ ਤੋਂ ਪਹਿਲਾਂ ਉਹਨਾਂ ਨੇ ਐਮਰਜੈਂਸੀ ਵਿਭਾਗ ਵਿੱਚ 6 ਘੰਟੇ ਤੋਂ ਵੱਧ ਇੰਤਜ਼ਾਰ ਕੀਤਾ, ਜਿਸ ਵਿੱਚ ਕੋਈ ਮੈਡੀਕਲ ਉਪਕਰਨ ਨਹੀਂ ਸੀ। ਯਾਨੀ ਉਸ ਨੂੰ ਅਸਲ ਦੇ ਵਿੱਚ ਇੱਕ ਡਾਕਟਰ ਨੂੰ ਮਿਲਣ ਤੇ ਦਰਦ ਦਾ ਇਲਾਜ ਪ੍ਰਾਪਤ ਕਰਨ ਵਿੱਚ ਇੱਕ ਹੋਰ ਘੰਟਾ ਲੱਗੇਗਾ, ਇਹ ਗੱਲ ਆਖੀ ਗਈ। ਐਕਸਰੇ ਤੱਕ ਪਹੁੰਚ ਕਰਨ ਤੱਕ ਐਲਿਸਨ ਦੀ ਹਾਲਤ ਨਾਜ਼ੁਕ ਸੀ। ਜਿਵੇਂ ਹੀ ਦਰਦ ਨਾਲ ਉਹ ਤੜਪ ਰਹੀ ਸੀ ਤਾਂ ਉਸ ਦੀਆਂ ਅਚਾਨਕ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਤੇ ਪਤਾ ਚੱਲਿਆ ਕਿ ਐਲਿਸਨ ਨੇ ਦਮ ਤੋੜ ਦਿੱਤਾ। ਇਸ ਵੇਲੇ ਐਲਿਸਨ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ ਤੇ ਹਸਪਤਾਲ ਵਿਭਾਗ ਤੋਂ ਜਵਾਬ ਮੰਗ ਰਿਹਾ ਹੈ। ਇਸ ਘਟਨਾ ਤੋਂ ਬਾਅਦ ਡਾਕਟਰ ਵੀ ਨਿਰਾਸ਼ ਨੇ। ਡਾਕਟਰ ਨਾਜ਼ੀਆ ਨਿਆਜ਼ੀ, ਫੈਮਿਲੀ ਫਿਜ਼ੀਸ਼ੀਅਨ ਨੇ, ਉਹਨਾਂ ਵੀ ਇਸ ਘਟਨਾ ਤੇ ਦੁੱਖ ਜਤਾਇਆ। ਇਟਸ ਵੈਰੀ ਸੈਡਨਿੰਗ। ਇਟਸ ਇਹ ਸਿਚੁਏਸ਼ਨ ਹੈਗੀ ਜਿਹੜੀ ਐਸੀ ਟ੍ਰੈਜੇਡੀ ਹੈਗੀ ਜਿਹੜੀ ਹੋਪਫੁਲੀ ਪ੍ਰੀਵੈਂਟੇਬਲ ਸੀ। ਔਰ ਆਈ ਥਿੰਕ ਇਨ ਜਨਰਲ ਪਬਲਿਕ ਦੇ ਨਾਲ ਮੈਡੀਕਲ ਕਮਿਊਨਿਟੀ ਵੀ ਬਹੁਤ ਅਪਸੈਟ ਹੈਗੀ ਕਿ ਇੱਕ ਫੈਮਿਲੀ ਨੂੰ ਇੰਨਾ ਵੱਡਾ ਲਾਸ ਸਫਰ ਕਰਨਾ ਪਿਆ। ਇਹ ਸਾਨੂੰ ਵਿਖਾਉਂਦੀ ਹੈਗੀ ਕਿ ਮੈਡੀਕਲ ਸਿਸਟਮ ਕਿਤਨਾ ਸਟ੍ਰੇਨਡ ਹੈਗਾ, ਰਾਈਟ? ਐਂਡ ਸਾਡੇ ਕੋਲ ਰਿਸੋਰਸਿਸ ਨਹੀਂ ਤੇ ਕਿ ਅਸੀਂ ਜਿਹੜੇ ਐਸੇ ਪੇਸ਼ੈਂਟਸ ਹੈਗੇ ਜਿਹਨੂੰ ਅਰਜੈਂਟ ਹੈਗੇ ਉਹਨਾਂ ਨੂੰ ਟ੍ਰੀਆਜ ਪ੍ਰੋਪਰਲੀ ਕਰ ਸਕੀਏ, ਕਿ ਅਸੀਂ ਡਿਟਰਮਿਨ ਕਰ ਸਕੀਏ ਕਿ ਕੌਣ ਕਿੰਨਾ ਸਿਵੀਅਰਲੀ ਇਲ ਹੈਗਾ, ਐਂਡ ਉਹਨਾਂ ਨੂੰ ਅਪਰੋਪਰੀਏਟਲੀ ਟਾਈਮਲੀ ਵੇ ਫਾਸਟਰ ਉਹਨਾਂ ਨੂੰ ਅਸੀਂ ਟਰੀਟ ਕਰ ਸਕੀਏ। ਹੋਪਫੁਲੀ ਇਸ ਟ੍ਰੈਜੇਡੀ ਤੋਂ we have a lot of learning to do. We have a lot of reflection to do to see ਕਿ ਅਸੀਂ ਆਪਣੇ ਸਿਸਟਮ ਨੂੰ ਕਿਸ ਤਰ੍ਹਾਂ ਸਪਲੀਮੈਂਟ ਕਰੀਏ ਕਿ ਇਸ ਤਰ੍ਹਾਂ ਦੀ ਟ੍ਰੈਜੇਡੀ ਦੁਬਾਰਾ ਨਾ ਹੋ ਪਾਏ, ਬਿਕਾਜ਼ ਇਟਸ ਅਨਐਕਸੈਪਟੇਬਲ। ਇਸ ਮਾਮਲੇ ਦੇ ਵਿੱਚ ਗੈਰ ਜ਼ਿੰਮੇਵਾਰਾਨਾ ਰਵੱਈਆ ਕਿਸ ਦਾ ਰਿਹਾ, ਇਸ ਤੇ ਡਾਕਟਰ ਨਾਜ਼ੀਆ ਤੇ ਡਾਕਟਰ ਪ੍ਰਗਟ ਸਿੰਘ ਪੁਰਜੀ ਨੇ ਜਾਣਕਾਰੀ ਕੁਝ ਇਸ ਤਰ੍ਹਾਂ ਦਿੱਤੀ। ਲਾਪਰਵਾਹੀ ਲੱਗਦੀ ਕਿਹਦੀ ਹੈ, ਸਰਕਾਰ ਦੀ ਜਾਂ ਹਸਪੀਟਲ ਅਥਾਰਟੀ ਦੀ? ਆਈ ਡੋਂਟ ਥਿੰਕ ਕਿ
I know enough to know ਕਿ ਕਿਸੇ ਨੂੰ ਅਸੀਂ ਬਲੇਮ ਕਰ ਸਕਦੇ ਹਾਂ. I blame the lack of resources. ਉਹਦੇ ਵਿੱਚ ਚਾਹੇ ਨਰਸਾਂ ਦੀ ਕਮੀ ਹੋਏ, ਡਾਕਟਰਸ ਦੀ ਕਮੀ ਹੋਏ, ਸਪੇਸ ਦੀ ਕਮੀ ਹੋਏ, ਬਿਕਾਜ਼ ਨੋਵਾ ਸਕੋਸ਼ੀਆ 'ਚ ਹੋਇਆ, ਸਾਨੂੰ ਸਾਰੀ ਇਨਫੋਰਮੇਸ਼ਨ ਵੀ ਨਹੀਂ ਹੈਗੀ. Somewhere ਅਸੀਂ we dropped the ball, right? ਮਗਰ ਤੁਸੀਂ ਕੁਐਸਚਨਸ ਰੇਜ਼ ਕੀਤੇ ਕਿ ਸਾਨੂੰ ਵੇਖਣਾ ਪਏਗਾ ਕਿ ਕਿਸ ਪੁਆਇੰਟ 'ਤੇ ਜਿਹੜੀ ਹੈਗੀ ਕਮੀ ਵਰਤੀ ਗਈ ਹੈਗੀ, ਔਰ ਫਿਊਚਰ ਵਿੱਚ ਹੁਣ ਇਹਦੀ ਅਸੀਂ ਕਿਸ ਤਰ੍ਹਾਂ ਰਿਸਪੋਂਸਿਬਿਲਿਟੀ ਲੈ ਸਕਦੇ ਹਾਂ, ਰਾਈਟ? ਸੋ ਜਿਹੜਾ ਪੂਰਾ ਵਾਕਿਆ ਹੈਗਾ, ਮੇਰੀ ਅੰਡਰਸਟੈਂਡਿੰਗ ਹੈਗੀ ਕਿ ਇਹਦੀ ਇਵੈਲੂਏਸ਼ਨ ਹੋਏਗੀ, ਔਰ ਫਿਰ ਪਤਾ ਚੱਲੇਗਾ ਕਿ ਕਿੱਥੇ ਅਸੀਂ ਗਲਤੀ ਕੀਤੀ, ਔਰ ਉਹਦੇ ਬਾਅਦ ਸਾਨੂੰ ਅਪਲਾਈ ਕਰਨ ਦੀ ਲੋੜ ਹੈਗੀ ਕਿ ਇਹਦਾ ਦੁਬਾਰਾ ਨਾ ਹੋਏ. ਪਹਿਲੀ ਗੱਲ ਤਾਂ ਜਿਹੜਾ ਪਰਿਵਾਰ ਆ ਜਿਹਦੇ ਭਾਣਾ ਵਰਤਿਆ ਹੈ ਨਾ, ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਵੀ ਕਿਸੇ ਦਾ ਵੀ ਲਵਡ ਵਨ ਜਿਹੜਾ ਹੈਗਾ, ਔਰ ਖਾਸ ਕਰਕੇ ਅਗਰ ਉਹਨੂੰ ਮਤਲਬ ਕੋਈ ਹੈਲਥ ਰਿਲੇਟਡ ਇਸ਼ੂ ਔਰ ਉਹ ਹੌਸਪੀਟਲ ਦੇ ਐਮਰਜੈਂਸੀ 'ਚ ਦਮ ਤੋੜੇ ਤਾਂ ਫਿਰ ਥੋੜ੍ਹਾ ਜਿਹਾ ਦੁੱਖ ਜ਼ਿਆਦਾ ਹੁੰਦਾ. ਬਟ ਇਹਦੇ ਕੇਸ ਦੀ ਜਿਹੜੀ ਵੇਰਵੇ ਇਹ ਹੈਗੀ ਆ ਵੀ ਉਹ ਘੋੜੇ ਤੋਂ ਪਹਿਲੋਂ ਡਿੱਗੀ ਸੀ ਹੈ ਨਾ, ਹਾਰਸ ਰਾਈਡਿੰਗ ਕਰਦੀ, ਅਤੇ ਕਰੀਬਨ ਮਹੀਨਾ ਡੇਢ ਮਹੀਨਾ ਪਹਿਲੋਂ ਫਿਰ ਉਹਨੂੰ ਦਰਦ ਹੁੰਦਾ ਸੀ. ਅਤੇ ਦਸੰਬਰ ਦੇ ਐਂਡ 'ਚ ਨਿਊ ਈਅਰ ਵਾਲੇ ਟਾਈਮ 'ਤੇ ਜਦੋਂ ਉਸ ਟਾਈਮ ਨਾ ਉੱਦਾਂ ਵੀ ਸਟਾਫਿੰਗ ਬਹੁਤ ਘੱਟ ਹੁੰਦੀ ਆ, 50% ਹੀ ਸਟਾਫਿੰਗ ਹੁੰਦੀ ਆ. ਸੋ ਨਰਸਿਸ ਨੇ ਉਹਨੂੰ ਚੈੱਕ ਕੀਤਾ ਪਹਿਲੋਂ, ਫਿਰ ਡਾਕਟਰ ਨੇ ਦੇਖਿਆ, ਟੈਸਟ ਰਨ ਕੀਤੇ, ਬਟ ਕੁਛ ਵਜ੍ਹਾ ਕਰਕੇ ਉਹ ਨਾ ਉਹਨੂੰ ਸਰਵਾਈਵ ਕਰਵਾ ਸਕੇ ਅਤੇ ਆਪਣਾ ਦਮ ਤੋੜ ਗਈ. ਜਦੋਂ ਇਹਦਾ ਇੰਸੀਡੈਂਸ ਹੁੰਦਾ ਅਤੇ ਜਿਹੜਾ ਮੈਡੀਕਲ ਬੋਰਡ ਆ, ਜਿਹੜੇ ਹੌਸਪੀਟਲ ਆ, ਉਹਨਾਂ ਦੀ ਆਪਣੀ ਇਨਵੈਸਟੀਗੇਸ਼ਨਸ ਵੀ ਹੁੰਦੀਆਂ ਵੀ ਕਿਹੜੇ ਰੀਜ਼ਨਸ ਕਰਕੇ ਇਹ ਚੀਜ਼ ਹੋਈ. ਸੋ ਜਦ ਤੱਕ ਉਹ ਰੀਜ਼ਨ ਸਾਹਮਣੇ ਨਹੀਂ ਆਉਂਦੇ ਤਦ ਤੱਕ ਅਸੀਂ ਜ਼ਿਆਦਾ ਕਹਿ ਨਹੀਂ ਸਕਦੇ, ਅਸੀਂ ਬਲੇਮ ਨਹੀਂ ਕਰ ਸਕਦੇ, ਹੈ ਨਾ. ਹੁਣ ਐਬਟਸਫੋਰਡ 'ਚ ਵੀ ਕੁਛ ਸਾਲ ਪਹਿਲੋਂ 2 ਬੱਚਿਆਂ ਦਾ ਇੱਦਾਂ ਸਿਚੁਏਸ਼ਨ ਆਈ ਸੀ. ਜਦੋਂ ਬਾਅਦ 'ਚੋਂ ਉਹਦਾ ਸਾਰਾ ਰਿਪੋਰਟਸ ਪੜ੍ਹੀਆਂ ਤਾਂ ਕੁਆਲਿਟੀ ਆਫ ਕੇਅਰ ਜਿਹੜਾ ਹੈਗਾ ਠੀਕ ਪ੍ਰੋਵਾਈਡ ਕੀਤਾ ਗਿਆ ਸੀ. ਕੁਛ ਵਜ੍ਹਾ ਕਰਕੇ ਕਈ ਚੀਜ਼ਾਂ ਹੋ ਜਾਂਦੀਆਂ, ਕਈ ਵਾਰ ਵਾਰਡ ਦੇ ਵਿੱਚ ਜਿਹੜੇ ਪੇਸ਼ੈਂਟ ਆ ਦਮ ਤੋੜਦੇ ਆ, ਕਈ ਵਾਰ ਐਮਰਜੈਂਸੀ ਡਿਪਾਰਟਮੈਂਟ 'ਚ. ਸੋ ਇਹਦੇ ਵਿੱਚ ਇਹ ਤਾਂ ਸਾਬਿਤ ਹੁੰਦਾ ਵੀ ਮੈਨ ਪਾਵਰ ਸ਼ਾਰਟੇਜ ਤਾਂ ਹੈਗੀ ਹੈਲਥ ਕੇਅਰ ਸਿਸਟਮ 'ਚ. ਸਿਸਟਮ ਜਿਹੜਾ ਹੈਗਾ ਬਰੋਕਨ ਹੈਗਾ, ਹੈ ਨਾ, ਅਤੇ ਜਿਹੜੀ ਚੀਜ਼ ਟੁੱਟੀ ਆ ਉਹਨੂੰ ਫਿਕਸ ਸਾਡਾ ਸਾਰਿਆਂ ਦਾ ਸਾਂਝਾ ਕੰਮ ਹੈਗਾ. ਹੁਣ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਜਿਹੜੀ ਚੀਜ਼ ਟੁੱਟੀ ਆ ਜ਼ਿਆਦਾ ਪੈਸਾ ਪਾਈਏ, ਨਹੀਂ, ਇਹ ਇੱਕ ਰੀਜ਼ਨ ਨਹੀਂ ਹੁੰਦਾ. ਪੈਸਾ ਵੀ ਇੱਕ ਇੰਪੋਰਟੈਂਟ ਚੀਜ਼ ਆ, ਲੇਕਿਨ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਹੈਗੀ ਆ. ਇਹਦੇ ਸਾਰੀ ਜਿਹੜੀ ਹੈਗੀ ਆ, ਕਿਉਂਕਿ ਇਹ ਸਿਸਟਮ ਪਿਛਲੇ ਕਰੀਬਨ 70 ਸਾਲ ਤੋਂ ਯੂਨੀਵਰਸਲ ਹੈਲਥ ਕੇਅਰ ਦਾ ਚੱਲ ਰਿਹਾ, ਇਹਨੂੰ ਰੀਬਿਲਡ ਜਾਂ ਰੀਵੈਂਪ ਦੀ ਲੋੜ ਹੈਗੀ ਆ, ਇਹਨੂੰ ਰੀਕੰਡੀਸ਼ਨਿੰਗ ਦੀ ਲੋੜ ਹੈਗੀ ਆ. ਸੋ ਇਹਦੇ ਵਿੱਚ ਪਬਲਿਕ ਆਪਣੇ ਓਪੀਨੀਅਨ ਦੇ ਸਕਦੀ ਆ. ਅਸੀਂ ਹੈਲਥ ਕੇਅਰ ਪ੍ਰੋਵਾਈਡਰਸ ਤਾਂ ਹਮੇਸ਼ਾ ਕਹਾਂਗੇ ਵੀ ਜ਼ਿਆਦਾ ਮੈਨ ਪਾਵਰ ਚਾਹੀਦੀ ਆ, ਜ਼ਿਆਦਾ ਡਾਕਟਰ ਚਾਹੀਦੇ ਆ, ਨਰਸਿਸ ਚਾਹੀਦੇ ਆ, ਐਮਰਜੈਂਸੀ ਰੂਮ ਦੇ ਵਿੱਚ ਜਿਹੜਾ ਵੇਟ ਟਾਈਮ ਹੈ ਉਹ ਘੱਟ ਚਾਹੀਦਾ. ਹੁਣ ਉੱਥੇ 6 ਘੰਟਾ ਮੇਰੇ ਖਿਆਲ ਨਾਲ ਸ਼ਾਇਦ ਉਹਨਾਂ ਨੂੰ ਵੇਟ ਕਰਨਾ ਪਿਆ ਨਾ, ਲੇਕਿਨ ਇੱਥੇ ਅਗਰ ਤੁਸੀਂ ਸਰੀ 'ਚ ਦੇਖ ਲਓ ਕਈ ਵਾਰ 10-12 ਘੰਟੇ ਹੁੰਦਾ, ਇਵਨ BC ਚਿਲਡਰਨਸ ਹੌਸਪੀਟਲ. ਸੋ ਵਿੰਟਰ 'ਚ ਉੱਦਾਂ ਵੀ ਰਸ਼ ਬਹੁਤ ਹੁੰਦਾ ਰੈਸਪੀਰੇਟਰੀ ਇਲਨੈਸਿਸ ਦਾ, ਲੇਕਿਨ ਇਹ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਜਿਹੜੀ ਨਹੀਂ ਵਾਪਰਨੀ ਚਾਹੀਦੀ ਸੀ. ਔਰ ਸਾਡਾ ਜਿਹੜਾ ਹੈਗਾ ਫਸਟ ਵਰਲਡ ਕੰਟਰੀ ਦਾ ਯੂਨੀਵਰਸਲ ਹੈਲਥ ਕੇਅਰ ਇਹਦੀ ਸਾਰੀ ਮਿਸਾਲ ਦਿੰਦੇ ਔਰ ਸਾਰੀ ਇਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ. ਸੋ ਫਿਰ ਮੈਂ ਕਹੂੰਗਾ ਵੀ ਸਿਸਟਮ ਨੂੰ ਇੰਪਰੂਵ ਹੋਣ ਦੀ ਜ਼ਰੂਰਤ ਹੈਗੀ ਹੈ. ਇਸ ਮਾਮਲੇ ਵਿੱਚ ਅਣਗਹਿਲੀ ਕਿਸਦੀ ਹੈ, ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ, ਪਰ ਉਦੋਂ ਤੱਕ ਇਸ ਘਟਨਾ ਨੇ ਕੈਨੇਡਾ ਸਰਕਾਰ ਤੇ ਇਸ ਦੀ ਸਿਹਤ ਅਥਾਰਟੀ ਤੇ ਬਹੁਤ ਸਾਰੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ. ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ. ਉਧਰ BC ਦੇ ਵਿੱਚ ਮਰੀਜ਼ਾਂ ਤੇ ਹਸਪਤਾਲਾਂ ਦੀ ਮਦਦ ਕਰਨ ਦੇ ਲਈ ਐਮਰਜੈਂਸੀ ਆਪਰੇਸ਼ਨ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ. ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਨੇ ਉਹ ਕਿਹੜੇ ਮਰੀਜ਼ ਜਾ ਸਕਦੇ ਨੇ ਅਤੇ ਫੈਮਿਲੀ ਡਾਕਟਰਾਂ ਦੀ ਕਮੀ ਪੂਰੀ ਕਦੋਂ ਹੋਵੇਗੀ, ਆਓ ਇਸ ਸੰਬੰਧੀ ਜਾਣਦੇ ਹਾਂ. ਡਾਕਟਰ ਨਾਜ਼ੀਆ ਨਿਆਜ਼ੀ ਨੇ ਕੀ ਦਿੱਤੀ ਜਾਣਕਾਰੀ. ਸਤਿ ਸ਼੍ਰੀ ਅਕਾਲ ਜੀ. ਸੂਬੇ ਦੇ ਵਿੱਚ ਮਰੀਜ਼ਾਂ ਤੇ ਹਸਪਤਾਲਾਂ ਦੀ ਮਦਦ ਕਰਨ ਦੇ ਲਈ ਐਮਰਜੈਂਸੀ ਆਪਰੇਸ਼ਨ ਸੈਂਟਰ ਖੋਲ੍ਹੇ ਗਏ ਨੇ. ਇਹ ਸੈਂਟਰ ਕਿਵੇਂ ਆਪਣਾ ਕੰਮ ਕਰਨਗੇ ਤੇ ਐਮਰਜੈਂਸੀ ਆਪਰੇਸ਼ਨ ਸੈਂਟਰਾਂ ਦਾ ਫਾਇਦਾ ਲੋਕਾਂ ਨੂੰ ਕਿਵੇਂ ਹੁੰਦਾ ਹੈ, ਇਸ ਸੰਬੰਧੀ ਗੱਲਬਾਤ ਕਰਾਂਗੇ. ਡਾਕਟਰ ਨਾਜ਼ੀਆ ਨਿਆਜ਼ੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਫਿਜ਼ੀਸ਼ੀਅਨ, ਫੈਮਿਲੀ ਫਿਜ਼ੀਸ਼ੀਅਨ ਨੇ, ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ. ਡਾਕਟਰ ਨਾਜ਼ੀਆ ਨਿਆਜ਼ੀ ਜੀ, ਇਹ ਗੱਲ ਬਹੁਤ ਅਹਿਮ ਹੈ ਜਾਣਨੀ ਕਿ ਇਸ ਵੇਲੇ ਜਿਹੜੇ ਐਮਰਜੈਂਸੀ ਆਪਰੇਟਿੰਗ ਸੈਂਟਰ ਖੋਲ੍ਹੇ ਗਏ ਨੇ, ਆਪਰੇਸ਼ਨ ਸੈਂਟਰ, ਇਹ ਆਪਣਾ ਕੰਮ ਕਿਵੇਂ ਕਰਨਗੇ ਤੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਏਗਾ?
ਇਹ ਸੈਂਟਰਸ ਜਿਹੜੇ ਹੈਗੇ ਇਹ ਕਪੈਸਿਟੀ ਵਧਾਉਣ ਲਈ ਕਰੇ ਗਏ ਨੇ। ਸਾਨੂੰ ਪਤਾ ਹੈਗਾ ਕਿ ਜਦੋਂ ਵੀ ਸਰਦੀਆਂ ਆਉਂਦੀਆਂ ਨੇ, ਸਕੂਲ ਖੁੱਲ੍ਹਦੇ ਨੇ, ਫਲੂ ਦਾ ਵਾਇਰਸ ਅਤੇ ਹੋਰ ਵੀ ਬਹੁਤੇ ਵਾਇਰਸਿਸ ਜਿਹੜੇ ਹੈਗੇ ਫੈਲਣੇ ਸ਼ੁਰੂ ਹੋ ਜਾਂਦੇ ਨੇ, ਖਾਂਸੀਆਂ ਸ਼ੁਰੂ ਹੋ ਜਾਂਦੀਆਂ ਨੇ, ਚੈਸਟ ਇਨਫੈਕਸ਼ਨਸ ਸ਼ੁਰੂ ਹੋ ਜਾਂਦੀਆਂ ਨੇ। ਪਿਛਲੇ ਕੁਝ ਸਾਲਾਂ ਤੋਂ ਕੋਵਿਡ ਵੀ ਇਸ ਮਿਕਸ 'ਚ ਆ ਗਿਆ ਹੈਗਾ ਅਤੇ ਅਸੀਂ ਵੇਖ ਰਹੇ ਹਾਂ ਬਹੁਤ ਸਾਰੀ ਐਡਵਾਂਸਡ ਇਨਫੈਕਸ਼ਨਸ ਔਰ ਲੋਕ ਵੀ ਇਹਦੇ ਬਾਰੇ ਬਹੁਤ ਪਰੇਸ਼ਾਨ ਨੇ। ਪਤਾ ਨਹੀਂ ਚੱਲਦਾ, ਖੁਦ ਆਪੇ ਡਿਟਰਮਿਨ ਨਹੀਂ ਕਰ ਸਕਦੇ ਕਿ ਇਨਫੈਕਸ਼ਨ ਥੋੜ੍ਹੀ ਹੈਗੀ ਕਿ ਜ਼ਿਆਦਾ ਹੈਗੀ, ਬੁਖਾਰ ਕਿੰਨਾ ਹੋਣਾ ਚਾਹੀਦਾ ਹੈਗਾ, ਕਦੋਂ ਤੁਹਾਨੂੰ ਡਾਕਟਰ ਦੀ ਲੋੜ ਹੈਗੀ ਐਂਡ ਕਦੋਂ ਤੁਸੀਂ ਘਰ 'ਚ ਟਰੀਟ ਕਰ ਸਕਦੇ ਹੋ। ਅਤੇ ਇਹ ਐਮਰਜੈਂਸੀ ਬਿਕਾਜ਼ ਸਾਨੂੰ ਇਨਫੈਕਸ਼ਨਸ ਰੇਟ ਵੱਧ ਜਾਂਦਾ ਹੈਗਾ ਔਰ ਹਰ ਵਿੰਟਰਸ ਵਿੱਚ ਵੇਖਦੇ ਹਾਂ ਐਂਡ ਨਾਓ ਜਿਹੜਾ ਇਹ ਸਾਰਾ ਮਿਕਸ ਆ ਗਿਆ ਹੈਗਾ ਉਹਨੂੰ ਟੈਕਲ ਕਰਨ ਲਈ ਇਹ ਸੈਂਟਰਸ ਖੁੱਲ੍ਹੇ ਨੇ ਤਾਂ ਕਿ ਪੇਸ਼ੈਂਟਸ ਜਿਹੜੇ ਹੈਗੇ ਉਹਨਾਂ ਨੂੰ ਬਰ ਵਕਤ ਹੈਲਪ ਮਿਲ ਸਕੇ। ਅਤੇ ਪੇਸ਼ੈਂਟਸ ਜਿਹੜੇ ਹੈਗੇ ਉਹ ਡਿਊਰਿੰਗ ਦਿਸ ਪੀਰੀਅਡ ਜਦੋਂ ਇਨਫੈਕਸ਼ਨ ਰੇਟ ਵੱਧ ਜਾਂਦਾ ਹੈਗਾ, ਪੇਸ਼ੈਂਟ ਵੋਲੀਅਮ ਵੱਧ ਜਾਂਦਾ ਹੈਗਾ, ਲੋਕੀ ਜਿਹੜੇ ਹੈਗੇ ਸਮਟਾਈਮਸ ਆਪਣੇ ਫੈਮਿਲੀ ਡਾਕਟਰ ਨੂੰ ਨਹੀਂ ਵੇਖ ਸਕਦੇ ਬਿਕਾਜ਼ ਅਪੋਇੰਟਮੈਂਟਸ ਅਵੇਲੇਬਲ ਨਹੀਂ ਹੁੰਦੀਆਂ ਅਤੇ ਉਹ ਉੱਥੇ ਜਾ ਕੇ ਅਸੈਸਮੈਂਟ ਕਰਾ ਸਕਣ, ਵੇਖ ਸਕਣ ਕਿ ਉਹਨਾਂ ਨੂੰ ਕਿਸ ਡਿਗਰੀ ਦੀ ਹੈਲਪ ਚਾਹੀਦੀ ਹੈਗੀ ਔਰ ਉਹਨਾਂ ਨੂੰ ਬਰ ਵਕਤ ਜਿਹੜੀ ਹੈਗੀ ਇਨ ਟਾਈਮਲੀ ਹੈਲਪ ਲੱਭ ਜਾਏ। ਜੀ ਡਾਕਟਰ ਨਾਜ਼ੀਆ, ਲੋਕ ਇਸ ਵੇਲੇ ਅਸੀਂ ਦੇਖ ਰਹੇ ਹਾਂ ਸਿਹਤ ਅਥਾਰਟੀ ਦੀ ਗੱਲ ਕੀਤੀ ਜਾਏ ਤਾਂ ਕਾਫੀ ਸਾਰੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ। ਹਾਲ ਹੀ ਦੇ ਵਿੱਚ ਬਹੁਤ ਸਾਰੇ ਇਨਸੀਡੈਂਟ ਵੀ ਅਜਿਹੇ ਦੇਖਣ ਨੂੰ ਮਿਲੇ ਆ ਜਿਹਦੇ ਕਰਕੇ ਲੋਕਾਂ ਨੂੰ ਸਹਾਇਤਾ ਟਾਈਮਲੀ ਨਹੀਂ ਮਿਲੀ ਤਾਂ ਉਹਨਾਂ ਨੂੰ ਆਪਣੀ ਜਾਨ ਗੰਵਾਉਣੀ ਪੈ ਗਈ। ਇਸੇ ਕਰਕੇ ਹੁਣ ਇਹ ਜਦੋਂ ਐਮਰਜੈਂਸੀ ਆਪਰੇਟਿੰਗ ਸੈਂਟਰਾਂ ਦੀ ਗੱਲ ਆਈ ਹੈ ਤਾਂ ਲੋਕਾਂ ਨੂੰ ਕਾਫੀ ਉਮੀਦਾਂ ਹੈ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਟਾਈਮਿੰਗ ਜਿਹੜੀ ਹੈ, ਛੇਤੀ ਅਪੁਆਇੰਟਮੈਂਟ ਨਾ ਮਿਲਣੀ, ਪ੍ਰੋਸੈਸ ਦੇ ਵਿੱਚ ਚੀਜ਼ਾਂ ਨਾ ਪੈਣੀਆਂ, ਕਿ ਉਹ ਸਾਰੀਆਂ ਕਮੀਆਂ ਇਹਨਾਂ ਆਪਰੇਸ਼ਨ ਸੈਂਟਰਾਂ ਦੇ ਨਾਲ ਦੂਰ ਹੋਣ ਦੀ ਕੋਈ ਉਮੀਦ ਲੱਗ ਰਹੀ ਹੈ? ਵੈਲ ਆਈ ਥਿੰਕ ਕਿ ਇਹਦੇ ਦੋ ਕੁਐਸਚਨਸ ਜਿਹੜੇ ਹੈਗੇ ਇਹਦੇ ਦੋ ਪ੍ਰੋਂਗਸ ਨੇ। ਨੰਬਰ 1 ਕਿ ਲੋਕਾਂ ਨੂੰ ਟਾਈਮਲੀ ਮੈਡੀਕਲ ਹੈਲਪ ਜਿਹੜੀ ਹੈਗੀ ਲੱਭਣੀ ਚਾਹੀਦੀ ਐਂਡ ਉਹਦੇ ਲਈ ਹੀ ਐਮਰਜੈਂਸੀ ਘਟਾਉਣ ਲਈ ਲੋਕਾਂ ਨੂੰ ਹੈਲਪ ਕਰਨ ਲਈ ਇਹ ਸੈਂਟਰਸ ਖੋਲ੍ਹੇ ਗਏ ਨੇ। ਐਟ ਦ ਸੇਮ ਟਾਈਮ ਇੱਕ ਇੰਪੋਰਟੈਂਟ ਫੈਕਟਰ ਹੈਗਾ ਕਿ ਪੇਸ਼ੈਂਟ ਐਜੂਕੇਸ਼ਨ ਵੀ, ਤਾਂ ਕਿ ਪੇਸ਼ੈਂਟਸ ਨੂੰ ਵੀ ਪਤਾ ਹੋਏ ਕਿ ਕਿਹੜੀ ਇਨਫੈਕਸ਼ਨ ਲਈ, ਕਿਹੜੇ ਸਿੰਪਟਮਸ ਲਈ ਉਹਨਾਂ ਨੂੰ ਹਸਪੀਟਲ ਜਾ ਕੇ ਵਿਖਾਉਣਾ ਜ਼ਿਆਦਾ ਜ਼ਰੂਰੀ ਹੈਗਾ ਐਂਡ ਕਿਹੜੇ ਸਿੰਪਟਮਸ ਘਰ 'ਚ ਹੀ ਹੈਂਡਲ ਹੋ ਜਾਂਦੇ ਨੇ ਔਰ ਉਹ ਅਰਜੈਂਟ ਨਹੀਂ ਹੈਗੇ। ਬਿਕਾਜ਼ ਅਸੀਂ ਜਿੰਨੇ ਵੀ ਰਿਸੋਰਸਿਸ ਵਧਾ ਦਈਏ, ਰਿਸੋਰਸਿਸ ਦੀ ਇੱਕ ਲਿਮਿਟ ਹੁੰਦੀ ਹੈ। ਅਸੀਂ ਕੰਜੈਸ਼ਨ ਕਾਜ਼ ਕਰ ਦੇਵਾਂਗੇ ਅਤੇ ਕੀ ਹੋਏਗਾ ਕਿ ਜਿਹੜੇ ਕਮ ਸਿਕ ਪੇਸ਼ੈਂਟਸ ਹੈਗੇ ਉਹ ਕੰਜੈਸ਼ਨ ਕਾਜ਼ ਕਰ ਦੇਣਗੇ ਔਰ ਬਿਕਾਜ਼ ਆਫ ਉਸ ਕੰਜੈਸ਼ਨ ਦੇ ਜ਼ਿਆਦਾ ਸਿਕ ਪੇਸ਼ੈਂਟਸ ਦੀ ਟਾਈਮਲੀ ਹੈਲਪ ਨਹੀਂ ਲੱਭ ਸਕੇਗੀ। ਸੋ ਹੈਲਥ ਅਥਾਰਟੀ ਦੀ ਤਰਫੋਂ ਮਿਨਿਸਟਰੀ ਦੀ ਤਰਫੋਂ ਬਹੁਤ ਸਾਰੇ ਐਜੂਕੇਸ਼ਨਲ ਗਾਈਡੈਂਸ ਹੈਗੀ ਕਿ ਕਦੋਂ ਤੁਸੀਂ ਕੀ ਸਿੰਪਟਮਸ ਹੋਣ ਅਤੇ ਤੁਸੀਂ ਘਰ 'ਚ ਮੈਨੇਜ ਕਰ ਸਕਦੇ ਹੋ। ਜਦੋਂ ਬੁਖਾਰ ਜਿਹੜਾ ਹੈਗਾ 3-4 ਦਿਨ ਤੱਕ ਹਰ ਕੋਲਡ ਨਾਲ ਬੁਖਾਰ ਹੋ ਜਾਂਦਾ ਹੈ ਅਤੇ ਅਗਰ ਉਹਦੇ ਬਾਅਦ ਹੋਏ ਤਾਂ ਇਟਸ ਇੰਪੋਰਟੈਂਟ ਕਿ ਤੁਸੀਂ ਫੈਮਿਲੀ ਡਾਕਟਰ ਨੂੰ ਵੇਖ ਲਓ। ਅਗਰ ਸਾਹ ਦੀ ਪ੍ਰੋਬਲਮ ਹੋ ਰਹੀ ਹੈਗੀ ਤਾਂ ਤੁਸੀਂ ਡਾਕਟਰ ਨੂੰ ਵੇਖ ਲਓ। ਹੁਣ ਕੋਵਿਡ ਟੈਸਟ ਸਾਰੇ ਫਾਰਮੇਸੀਜ਼ ਤੋਂ ਅਵੇਲੇਬਲ ਨੇ, ਤੁਸੀਂ ਕੋਵਿਡ ਟੈਸਟ ਕਰ ਸਕਦੇ ਹੋ ਤਾਂ ਤੁਹਾਨੂੰ ਪਤਾ ਚੱਲ ਜਾਏ ਕਿ ਤੁਹਾਡੀ ਇਨਫੈਕਸ਼ਨ ਕੋਵਿਡ ਵਾਲੀ ਹੈਗੀ ਕਿ ਨਾਨ ਕੋਵਿਡ ਹੈਗੀ। ਤਾਂ ਅਗਰ ਅਸੀਂ ਆਪਣੀ ਜਿਹੜੀ ਫੈਸਿਲਿਟੀਜ਼ ਹੈਗੀ ਸੋਚ ਸਮਝ ਕੇ ਵਰਤਾਂਗੇ ਅਤੇ ਸਾਡੇ ਸਿਸਟਮ ਵਿੱਚ ਇਨ ਐਮਰਜੈਂਸੀ ਹੈਲਥ ਸੈਂਟਰਸ ਦੇ ਨਾਲ ਕਪੈਸਿਟੀ ਹੋ ਜਾਏਗੀ ਤਾਂ ਕਿ ਲੋਕਾਂ ਨੂੰ ਟਾਈਮ 'ਤੇ ਸਹਾਇਤਾ ਮਿਲ ਸਕੇ। ਜੀ ਬਹੁਤ ਵੱਡੀ ਇੱਕ ਇਹ ਵੀ ਚੀਜ਼ ਸੀਗੀ ਕਿ ਜਦੋਂ ਲੋਕੀ ਹਸਪਤਾਲਾਂ ਦੇ ਵਿੱਚ ਜਾਂਦੇ ਸੀਗੇ ਉਹਨਾਂ ਨੂੰ ਬੈੱਡ ਨਹੀਂ ਮਿਲਦੇ ਸੀ, ਪ੍ਰੋਵਾਈਡ ਨਹੀਂ ਹੁੰਦੇ ਸੀ, ਉੱਥੇ ਬਿਸਤਰੇ ਨਹੀਂ ਹੁੰਦੇ ਸੀਗੇ ਅਤੇ ਇਸੇ ਕਰਕੇ ਲੋਕਾਂ ਨੂੰ ਛੇਤੀ ਇਲਾਜ ਵੀ ਨਹੀਂ ਪ੍ਰੋਵਾਈਡ ਹੋ ਪਾਉਂਦਾ ਸੀਗਾ। ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਜਦੋਂ ਜਿਸ ਤਰੀਕੇ ਨਾਲ ਐਮਰਜੈਂਸੀ ਆਪਰੇਸ਼ਨ ਸੈਂਟਰ ਖੋਲ੍ਹੇ ਜਾ ਰਹੇ ਨੇ ਉਹਦੇ ਨਾਲ ਹੁਣ ਇਹ ਕਮੀ ਵੀ ਦੂਰ ਹੋ ਜਾਏਗੀ ਕਿ ਲੋਕਾਂ ਨੂੰ ਬੈੱਡ ਪ੍ਰੋਪਰ ਮੁਹੱਈਆ ਹੋਣਗੇ। ਕ੍ਰਿਟੀਕਲ ਕੰਡੀਸ਼ਨ ਵਾਲੇ ਲੋਕ ਹੈ ਉਹਨਾਂ ਨੂੰ ਪ੍ਰਾਇਓਰਿਟੀ ਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕੀਤਾ ਜਾਏਗਾ ਅਤੇ ਨਾਲ ਦੀ ਨਾਲ ਇੰਨੀ ਕੁ ਸਹਾਇਤਾ ਦਿੱਤੀ ਜਾਏਗੀ ਕਿ ਕੋਈ ਵੀ ਮਰੀਜ਼ ਜਿਹੜਾ ਕ੍ਰਿਟੀਕਲ ਕੰਡੀਸ਼ਨ ਵਾਲਾ ਹੈ ਐਟਲੀਸਟ ਉਹਨੂੰ ਇਗਨੋਰ ਨਹੀਂ ਕੀਤਾ ਜਾਏਗਾ। ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਵਾਕਈ ਇਹ ਪ੍ਰੋਸੈਸ ਇੱਦਾਂ ਹੀ ਚੱਲੇਗਾ? Oh, I totally believe that. But at the same time, ਸਾਨੂੰ ਧਿਆਨ ਰੱਖਣਾ ਹੈਗਾ ਕਿ emergency operating center means emergency operating center.
ਅਸੀਂ ਇਹਨਾਂ ਸੈਂਟਰਸ ਨੂੰ ਵਾਕ ਇਨ ਕਲੀਨਿਕ ਦੇ ਤੌਰ ਤੇ ਯੂਜ਼ ਨਹੀਂ ਕਰ ਸਕਦੇ ਬਿਕਾਜ਼ ਅਗਰ ਅਸੀਂ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦੇਣਗੇ ਤੇ ਐਮਰਜੈਂਸੀ ਲਈ ਕੈਪੈਸਿਟੀ ਸਾਡੀ ਕਮ ਹੋ ਜਾਏਗੀ ਸੋ ਚਾਹੇ ਸਾਡੇ ਐਮਰਜੈਂਸੀ ਡਿਪਾਰਟਮੈਂਟਸ ਹੋਣ ਚਾਹੇ ਸਾਡੇ ਆਪਰੇਟਿੰਗ ਸੈਂਟਰਸ ਹੋਣ ਉਹਨਾਂ ਦੀ ਇੱਕ ਕੈਪੈਸਿਟੀ ਹੁੰਦੀ ਹੈ ਔਰ ਉਹ ਡਿਪੈਂਡ ਕਰਦੀ ਹੈਗੀ ਕਿ ਕਿੰਨੇ ਡਾਕਟਰਸ ਅਵੇਲੇਬਲ ਹੈਗੇ ਕਿੰਨੀ ਸਟਾਫ ਅਵੇਲੇਬਲ ਹੈਗੀ ਕਿੰਨੇ ਅਸੀਂ ਹੋਰ ਵਰਕਰਸ ਰਿਕਰੂਟ ਕਰ ਸਕਦੇ ਜੋ ਪੇਸ਼ੈਂਟਸ ਨੂੰ ਹੈਲਪ ਕਰ ਸਕਦੇ ਸੋ ਇਹਨਾਂ ਦੀ ਕੈਪੈਸਿਟੀ ਕਿਸੇ ਵਕਤ ਵੀ ਓਵਰਵੈਲਮ ਹੋ ਸਕਦੀ ਹੈਗੀ ਸੋ ਹੈਲਥ ਕੇਅਰ ਸਿਸਟਮ ਐਂਡ ਪੇਸ਼ੈਂਟਸ ਸਾਨੂੰ ਮਿਲ ਕੇ ਕੰਮ ਕਰਨਾ ਪਏਗਾ ਤਾਂ ਕਿ ਅਸੀਂ ਉਹਨਾਂ ਦਾ ਬਿਹਤਰ ਫਾਇਦਾ ਉਠਾ ਸਕੀਏ ਡਾਕਟਰ ਨਾਜ਼ੀਆ ਇੱਕ ਵਾਰੀ ਦੱਸ ਸਕਦੇ ਹੋ ਕਿ ਕਿਹੜੇ ਮਰੀਜ਼ ਹੈ ਜਿਹੜੇ ਜਾ ਸਕਦੇ ਆ ਜਿਨ੍ਹਾਂ ਨੂੰ ਐਟਲੀਸਟ ਪਤਾ ਹੋਵੇ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚ ਸਕੇ ਕਿ ਐਮਰਜੈਂਸੀ ਆਪਰੇਸ਼ਨ ਸੈਂਟਰ ਦਾ ਇਸਤੇਮਾਲ ਕਿਹੜੇ ਮਰੀਜ਼ ਕਰ ਸਕਦੇ ਨੇ ਸੋ ਇਹ ਬੇਸਿਕਲੀ ਖੋਲ੍ਹੇ ਗਏ ਨੇ ਇਹ ਰੈਸਪੀਰੇਟਰੀ ਇਲਨੈਸ ਦੇ ਪੇਸ਼ੈਂਟਸ ਲਈ ਤਾਂ ਕਿ ਉਹਨਾਂ ਨੂੰ ਇੱਥੇ ਰੀਡਾਇਰੈਕਟ ਕਰ ਦਿੱਤਾ ਜਾਏ ਤਾਂ ਕਿ ਐਮਰਜੈਂਸੀ ਹਾਰਟ ਅਟੈਕ ਦੇ ਪੇਸ਼ੈਂਟਸ ਐਂਡ ਬਾਕੀ ਪੇਸ਼ੈਂਟਸ ਨੂੰ ਕੰਜੈਸਟ ਨਾ ਹੋਏ ਅਤੇ ਅਗਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਗਰ ਤੁਹਾਨੂੰ ਰੈਸਪੀਰੇਟਰੀ ਇਨਫੈਕਸ਼ਨ ਹੈਗੀ ਖੰਘ ਹੈਗੀ ਜ਼ੁਕਾਮ ਹੈਗਾ ਫੀਵਰ ਹੈਗਾ ਤੁਸੀਂ ਸਭ ਤੋਂ ਪਹਿਲਾਂ ਆਪਣਾ ਕੋਵਿਡ ਟੈਸਟ ਕਰੋ ਅਗਰ ਟੈਸਟ ਨੈਗੇਟਿਵ ਹੈਗਾ ਦੈਨ ਵੀ ਨੋ ਕਿ ਕੋਵਿਡ ਨਹੀਂ ਹੈਗਾ ਤੁਸੀਂ ਟਾਈਲੇਨੋਲ ਐਡਵਿਲ ਓਵਰ ਦਾ ਕਾਊਂਟਰ ਮੈਡੀਕੇਸ਼ਨ ਲੈ ਸਕਦੇ ਹੋ ਰੈਸਟ ਕਰ ਸਕਦੇ ਹੋ ਵੇਟ 3-4 दिन तक वेखो अगर सिम्टम्स बेहतर होने शुरू हो जाते हैं तो मोस्ट लाइकली एमरजेंसी नहीं हैगी यूर फाइन एट द सेम टाइम अगर फीवर वध रहा हैगा तुहानू साह च प्रॉब्लम आ रही हैगी क्रॉनिक डिजीज़ दे पेशेंट्स हैगे बहुत छोटे बच्चे बड़ी उम्र के लोग जिन्होंने बहुत सारी बीमारियां हैगियां जिन्हों की इम्यून सिस्टम जिहड़े हैगे इन्ने स्ट्रोंग नहीं हैगे वो जदों बीमार होंदे उन्हां दी सिविरिटी होंदी सो वी वांट टू मेक श्योर कि उन्हां नू एक्सेस मिल सके इन सेंटर्स विच ताकि असी तसल्ली कर सकीए कि वो प्रॉपरली रिकवर हो सकते हैं ਡਾਕਟਰ ਨਾਜ਼ੀਆ ਇੱਕ ਇਹਦੇ ਨਾਲ ਹੋਰ ਚੀਜ਼ ਬਣਦੀ ਹੈ ਕਿ ਇਸ ਵੇਲੇ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਇੱਕ ਹੋਰ ਐਲਾਨ ਹੋ ਜਾਏ ਕਈ ਲੋਕਾਂ ਨੂੰ ਫੈਮਿਲੀ ਡਾਕਟਰ ਹਜੇ ਤੱਕ ਵੀ ਨਹੀਂ ਮਿਲ ਰਹੇ ਕਈ ਲੋਕਾਂ ਨੂੰ ਫੈਮਿਲੀ ਫਿਜ਼ੀਸ਼ੀਅਨ ਨਹੀਂ ਮਿਲ ਰਹੇ ਇੱਕ ਫੈਮਿਲੀ ਫਿਜ਼ੀਸ਼ੀਅਨ ਹੋਣ ਦੇ ਨਾਤੇ ਤੁਸੀਂ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਖੱਜਲ ਹੋ ਰਹੇ ਨੇ ਜਿਨ੍ਹਾਂ ਨੂੰ ਡਾਕਟਰ ਫੈਮਿਲੀ ਡਾਕਟਰ ਨਹੀਂ ਮਿਲ ਰਹੇ ਉਹ ਕਿਹਦੇ ਕੋਲ ਜਾਣ ਉਹਨਾਂ ਮੂਹਰੇ ਸਵਾਲ ਖੜਾ ਹੋ ਜਾਂਦਾ ਸੋ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਕਿਉਂ ਫੈਮਿਲੀ ਡਾਕਟਰ ਨਹੀਂ ਮਿਲ ਰਹੇ ਲੋਕਾਂ ਨੂੰ I think ਇਹ ਜ਼ਿੰਮੇਵਾਰੀ ਅਸ ਐਜ਼ ਅ ਸੋਸਾਇਟੀ ਅਸੀਂ ਸਾਰਿਆਂ ਦੀ ਬਣਦੀ ਹੈਗੀ ਬਿਕਾਜ਼ ਐਵਰੀਬਡੀ ਹਰ ਇੱਕ ਨੂੰ they deserve a family doctor ਕਈ ਲੋਕ ਹੁੰਦੇ who do not believe in that and ਉਹਨਾਂ ਦੀ ਮਰਜ਼ੀ ਹੈਗੀ it is an independent opinion ਲੇਕਿਨ long term care ਲਈ ਚਾਹੇ ਤੁਹਾਨੂੰ ਡਾਕਟਰ ਦੀ ਜ਼ਰੂਰਤ 2 ਸਾਲ 'ਚ ਇੱਕ ਵਾਰੀ ਪਏ ਚਾਹੇ ਤੁਹਾਨੂੰ ਹਰ ਮਹੀਨੇ ਪਏ ਅਗਰ ਤੁਹਾਡਾ ਇੱਕ ਮੈਡੀਕਲ ਹੋਮ ਹੋਏਗਾ ਇੱਕ ਡਾਕਟਰ ਹੋਏਗਾ ਜਿਹਨੂੰ ਤੁਹਾਡੀ ਫੈਮਿਲੀ ਹਿਸਟਰੀ ਪਤਾ ਹੈਗੀ ਤੁਹਾਡੀ ਮੈਡੀਕਲ ਹਿਸਟਰੀ ਪਤਾ ਹੈਗੀ ਕੁਆਲਿਟੀ ਆਫ ਕੇਅਰ ਬਹੁਤ ਬਿਹਤਰ ਹੁੰਦੀ ਹੈ ਪ੍ਰੀਵੈਂਟੇਟਿਵ ਕੇਅਰ ਹੁੰਦੀ ਹੈ ਤੁਹਾਡੀ ਸੀਵੀਅਰ ਇਲਨੈਸ ਹੋਣੇ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਨੇ ਤੁਹਾਡੀ ਹਸਪੀਟਲ ਯੂਟਿਲਾਈਜੇਸ਼ਨ ਔਰ ਐਮਰਜੈਂਸੀਜ਼ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਨੇ ਰਿਐਲਿਟੀ ਇਜ਼ ਕਿ ਰਾਈਟ ਨਾਓ ਫੈਮਿਲੀ ਡਾਕਟਰਸ ਦੀ ਸ਼ਾਰਟੇਜ ਹੈਗੀ और ਉਹਦੀ ਬਹੁਤ ਸਾਰੇ ਫੈਕਟਰਸ ਨੇ ਬਟ ਈਵਨ ਐਜ਼ ਅ ਫੈਮਿਲੀ ਡਾਕਟਰ ਆਈ ਬਿਲੀਵ ਕਿ ਸਾਰਿਆਂ ਦੇ ਕੋਲ ਫੈਮਿਲੀ ਡਾਕਟਰ ਹੋਣਾ ਚਾਹੀਦਾ ਆਈ ਐਡਵੋਕੇਟ ਫॉर दैट ਕਰੰਟਲੀ ਸਰੀ ਸਪੈਸੀਫਿਕਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਨਏ ਫੈਮਿਲੀ ਡਾਕਟਰ ਰਿਕਰੂਟ ਕਰੀਏ ਅਸੀਂ ਪੈਰਾਮੈਡੀਕਲ ਸਟਾਫ ਹਾਇਰ ਕਰੀਏ ਤਾਂ ਕਿ ਫੈਮਿਲੀ ਡਾਕਟਰਸ ਜਿਹੜੇ ਹੈਗੇ ਉਹਨਾਂ ਨੂੰ ਸਪੋਰਟ ਮਿਲ ਸਕੇ ਔਰ ਆਪਣੇ ਆਫਿਸਿਸ ਵਿੱਚ ਉਹ ਕਪੈਸਿਟੀ ਵਧਾ ਸਕਣ ਤਾਂ ਕਿ ਉਹ ਹੋਰ ਪੇਸ਼ੈਂਟਸ ਲੈ ਸਕਣ ਤਾਂ ਕਿ ਜਿਹੜੇ ਵੀ ਪੇਸ਼ੈਂਟਸ ਜਿਹੜੇ ਹੈਗੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈਗਾ ਉਹਨਾਂ ਦੀ ਕਿਸੇ ਡਾਕਟਰ ਨਾਲ ਅਟੈਚਮੈਂਟ ਹੋ ਸਕੇ ਕੌਮਾਂਤਰੀ ਪੱਧਰ ਤੋਂ ਜਦੋਂ ਨੌਜਵਾਨ ਕੈਨੇਡਾ ਦੇ ਵਿੱਚ ਕੰਮ ਤੇ ਜ਼ਿੰਦਗੀ ਤੇ ਬਿਹਤਰੀਨ ਤਜਰਬੇ ਹਾਸਲ ਕਰਨ ਦੇ ਲਈ ਆਉਂਦੇ ਨੇ ਤਾਂ ਉਹ ਬਦਲੇ ਦੇ ਵਿੱਚ ਦੇਸ਼ ਦੇ ਅਰਥਚਾਰੇ ਦੇ ਵਿੱਚ ਵੀ ਆਪਣੇ ਕਈ ਤਰ੍ਹਾਂ ਦੇ ਸਕਿੱਲਸ ਦੇ ਨਾਲ ਯੋਗਦਾਨ ਪਾਉਂਦੇ ਨੇ ਇਸੇ ਤਰ੍ਹਾਂ ਕੈਨੇਡੀਅਨ ਨੌਜਵਾਨ ਵੀ ਵਿਦੇਸ਼ਾਂ ਦੇ ਵਿੱਚ ਕੰਮ ਕਰਕੇ ਤੇ ਟਰੈਵਲ ਕਰਕੇ ਕਈ ਤਰ੍ਹਾਂ ਦੇ ਕੌਮਾਂਤਰੀ ਤਜਰਬੇ ਨੂੰ ਹਾਸਲ ਕਰਦੇ ਨੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਐਲਾਨ ਕੀਤਾ ਕਿ ਇੰਟਰਨੈਸ਼ਨਲ ਯਾਨੀ IEC ਸੀਜ਼ਨ ਹੁਣ ਉਹਨਾਂ ਕੌਮਾਂਤਰੀ ਨੌਜਵਾਨਾਂ ਦੇ ਲਈ ਖੁੱਲ ਚੁੱਕਾ ਹੈ ਜਿਨ੍ਹਾਂ ਨੇ ਕੈਨੇਡਾ ਦੇ
ਦੇ ਵਿੱਚ ਕੰਮ ਕਰਨ ਤੇ ਟਰੈਵਲ ਕਰਨ ਦਾ ਤਜਰਬਾ ਹਾਸਲ ਕਰਨ ਲਈ ਦਿਲਚਸਪੀ ਦਿਖਾਈ ਹੈ। ਜਿਹੜੇ ਪਹਿਲਾਂ ਹੀ IEC ਪੂਲ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਵਰਕ ਪਰਮਿਟ ਲਈ ਅਪਲਾਈ ਕਰਨ ਦਾ ਸੱਦਾ ਮਿਲਣਾ ਸ਼ੁਰੂ ਹੋ ਜਾਏਗਾ। ਇਸ ਸਾਲ ਕੈਨੇਡਾ ਦੇ ਵੱਲੋਂ ਇਹ ਮੌਕਾ 90,000 ਕੌਮਾਂਤਰੀ ਨੌਜਵਾਨਾਂ ਨੂੰ ਦਿੱਤਾ ਜਾਏਗਾ ਤੇ ਇਸ ਸੰਬੰਧੀ ਐਲਾਨ 1 ਦਸੰਬਰ 2022 ਨੂੰ ਕੀਤਾ ਗਿਆ ਸੀ। ਇਸ ਪਸਾਰ ਦੇ ਨਾਲ ਕੈਨੇਡੀਅਨ ਇੰਪਲੋਇਰਸ ਨੂੰ ਉਹਨਾਂ ਵਰਕਰਸ ਨੂੰ ਲੱਭਣ ਦੇ ਵਿੱਚ ਮਦਦ ਮਿਲੇਗੀ ਜਿਹੜੇ ਦੇਸ਼ ਭਰ ਦੇ ਵਿੱਚ ਲੇਬਰ ਸੰਬੰਧੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੇ ਹੋਣਗੇ। ਸਰੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਰਦੀਪ ਸਿੰਘ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਈ ਸਾਰੇ ਮਾਮਲਿਆਂ ਦੇ ਵਿੱਚ ਵਾਂਟਡ ਸੀ। ਰਾਏ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਬੀਤੇ ਸਾਲ 20 ਜਨਵਰੀ ਨੂੰ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਸੀ। ਆਖਰਕਾਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਇਸ 42 ਸਾਲਾ ਮੁਲਜ਼ਮ ਨੂੰ 17 ਵੱਖ-ਵੱਖ ਦੋਸ਼ਾਂ ਦੇ ਵਿੱਚ ਚਾਰਜ ਕੀਤਾ ਗਿਆ ਸੀ। 28 ਅਪ੍ਰੈਲ 2021 ਨੂੰ ਅਮਰਦੀਪ ਨੂੰ ਸਰੀ RCMP ਦੀ ਸਟ੍ਰਾਈਕ ਫੋਰਸ ਟਾਰਗੇਟ ਟੀਮ ਨੇ ਆਊਟਸਟੈਂਡਿੰਗ ਵਾਰੰਟ ਦੇ ਉੱਤੇ ਗ੍ਰਿਫਤਾਰ ਕੀਤਾ ਸੀਗਾ, ਜਿਸ ਵਿੱਚ ਉਸ ਨੂੰ ਕੁਝ ਸ਼ਰਤਾਂ ਦੇ ਉੱਤੇ 7 ਮਈ ਨੂੰ ਰਿਹਾ ਕਰ ਦਿੱਤਾ ਗਿਆ ਸੀ। ਅਗਸਤ 2019 ਦੇ ਵਿੱਚ ਆਰੰਭੀ ਇੱਕ ਜਾਂਚ ਦੇ ਮਾਮਲੇ 'ਚ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਪੁਲਿਸ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਮਰਦੀਪ ਰਾਏ ਦਾ ਕੁਝ ਪਤਾ ਨਹੀਂ ਲੱਗਿਆ ਸੀ। ਇਸ ਵਿਅਕਤੀ ਤੇ ਜਾਰੀ ਵਾਰੰਟ ਦੇ ਵਿੱਚ ਜਿਨਸੀ ਹਮਲਾ, ਗੈਰ ਕਾਨੂੰਨੀ ਢੰਗ ਨਾਲ ਕਿਸੇ ਵਿਅਕਤੀ ਨੂੰ ਬੰਦੀ ਬਣਾਉਣ, ਹਥਿਆਰ ਦੇ ਨਾਲ ਹਮਲਾ ਕਰਨ, ਕੰਟਰੋਲਡ ਸਬਸਟੈਂਸ ਨੂੰ ਰੱਖਣ ਅਤੇ ਫਾਇਰ ਆਰਮਜ਼ ਸੰਬੰਧੀ 17 ਦੋਸ਼ ਸ਼ਾਮਿਲ ਸਨ। ਬੀਤੇ ਸਾਲ ਅਕਤੂਬਰ ਦੇ ਵਿੱਚ ਜਾਰੀ ਕੀਤੇ ਗਏ ਬੋਲੋ ਪ੍ਰੋਗਰਾਮ ਦੇ ਵਿੱਚ ਰੱਖੇ 25 ਮੋਸਟ ਵਾਂਟਡ ਕੈਨੇਡੀਅਨਸ ਦੀ ਸੂਚੀ ਦੇ ਵਿੱਚ ਵੀ ਇਸ ਵਿਅਕਤੀ ਦਾ ਨਾਮ ਸ਼ਾਮਿਲ ਸੀ। ਪੁਲਿਸ ਨੇ ਦੱਸਿਆ ਕਿ 8 ਜਨਵਰੀ ਨੂੰ ਇਹ ਵਿਅਕਤੀ 64 ਐਵੇਨਿਊ ਦੇ 17400 ਬਲਾਕ ਦੇ ਕੋਲ ਅਫਸਰਾਂ ਨੇ ਇੱਕ ਘਰ ਤੋਂ ਕਾਬੂ ਕਰ ਲਿਆ। BC ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਬਰਫ਼ ਖਿਸਕਣ ਕਾਰਨ ਜ਼ਖਮੀ ਹੋਏ 43 ਸਾਲ ਦੇ ਅਫਸਰ ਦੀ ਮੌਤ ਹੋ ਗਈ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਨੈਲਸਨ ਇਲਾਕੇ ਦੇ ਵਿੱਚ ਵਾਪਰੀ ਸੀ। ਇਹ ਜਾਣਕਾਰੀ ਸਭ ਨਾਲ ਸਾਂਝੀ ਕਰਦਿਆਂ ਨੈਲਸਨ ਦੀ ਮੇਅਰ ਜੈਨਿਸ ਮੌਰਿਸਨ ਵੱਲੋਂ ਘਟਨਾ ਦੇ ਵਿੱਚ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਮੇਅਰ ਦੇ ਮੁਤਾਬਕ ਇਸ ਘਟਨਾ ਦੇ ਵਿੱਚ 2 ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ, ਜਿਸ ਦੇ ਵਿੱਚੋਂ 28 ਸਾਲ ਦੇ ਕਾਂਸਟੇਬਲ ਮੈਥਿਊ ਨੌਲੇਟ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦੱਸਿਆ ਕਿ ਪੂਰੇ ਮੁਲਕ ਭਰ ਦੇ ਵਿੱਚ ਕਾਲਾਂ ਆ ਰਹੀਆਂ ਨੇ। ਉਹਨਾਂ ਪੁਲਿਸ ਵਿਭਾਗ ਅਤੇ ਆਫੀਸਰਸ ਦੇ ਪਰਿਵਾਰ ਦੇ ਨਾਲ ਖੜਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਐਵਲਾਂਚ ਕੈਨੇਡਾ ਨੇ ਚੇਤਾਵਨੀ ਜਾਰੀ ਕੀਤੀ ਸੀ ਕਿ BC ਦੇ ਵਿੱਚ ਸਨੋ ਪੈਕ ਬੇਹੱਦ ਕਮਜ਼ੋਰ ਹਨ ਅਤੇ ਅਜਿਹੇ ਦੇ ਵਿੱਚ ਬਰਫ਼ ਖਿਸਕਣ ਦਾ ਖਤਰਾ ਕਾਫੀ ਜ਼ਿਆਦਾ ਹੈ। ਮੈਕਸੀਕੋ ਦੇ ਵਿੱਚ 3 ਐਮੀਗੋਜ਼ ਬੈਠਕ ਦਾ ਹਿੱਸਾ ਬਣਨ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਟਰੂਡੋ ਨੇ ਕਿਹਾ ਕਿ BC ਦੇ ਵਿੱਚ ਵਾਪਰੀ ਘਟਨਾ ਦੇ ਵਿੱਚ ਪੁਲਿਸ ਅਫਸਰ ਦੀ ਮੌਤ ਤੇ ਉਹ ਬੇਹੱਦ ਦੁਖੀ ਨੇ। ਉਹਨਾਂ ਕਿਹਾ ਕਿ ਦੁੱਖ ਦੀ ਘੜੀ 'ਚ ਕੈਨੇਡਾ ਵਾਸੀ ਪੀੜਤ ਪਰਿਵਾਰ ਦੇ ਨਾਲ ਨੇ। ਉਹਨਾਂ ਨਾਲ ਹੀ ਜ਼ਖਮੀ ਅਫਸਰ ਦੇ ਜਲਦੀ ਠੀਕ ਹੋਣ ਦੀ ਉਮੀਦ ਜਤਾਈ। ਸੂਬੇ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਰਨਵਰਥ ਨੇ ਵੀ ਘਟਨਾ ਤੇ ਸੋਗ ਜ਼ਾਹਰ ਕੀਤਾ ਹੈ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖੋ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।